सत श्री अकाल प्यारे विद्यार्थियों, स्वागत है तुहाडा एक बार फिर तो एक नवे लैसन दे विच। अज मैं तुहानूं वैलकम लाइफ का लैसन नंबर 6 करवावांगा, जो कि इत्थे मैं बोर्ड के उत्ते टाइटल इहदा लिखिया होया है, अंडरस्टैंडिंग टू ओवरकम एंगर, स्ट्रैस एंड इनसाइट ऑफ प्रॉस्परियस लाइफ। जिंदगी दे विच कई तरह ਦੀਆਂ ਮੁਸ਼ਕਲਾਂ ਦਾ ਇਨਸਾਨ ਸਾਹਮਣਾ ਕਰਦਾ ਹੈ। ਜ਼ਿੰਦਗੀ ਸਾਰਿਆਂ ਦੀ ਵਿਦਿਆਰਥੀ ਇੱਕੋ ਜਿਹੀ ਨਹੀਂ ਹੁੰਦੀ। ਜ਼ਿੰਦਗੀ ਦੇ ਵਿੱਚ ਕੁਝ ਕਮੀਆਂ ਹੁੰਦੀਆਂ ਨੇ ਇਨਸਾਨ ਦੇ, ਜਿਵੇਂ ਕਿ ਗੁੱਸਾ ਉਹਨੂੰ ਆਉਂਦਾ ਹੈ, ਕਿਉਂ ਆਉਂਦਾ ਹੈ। ਸੈਕੰਡ ਇਹਦੇ ਵਿੱਚ ਗੱਲ ਕੀਤੀ ਹੈ ਸਟ੍ਰੈਸ, ਉਹ ਚਿੰਤਾ ਵਿੱਚ ਹੈ, ਉਹਨੂੰ ਕੋਈ ਮਨ 'ਤੇ ਟੈਨਸ਼ਨ ਪਈ ਹੈ। ਜਾਂ ਗੱਲ ਕੀਤਾ ਜਾਵੇ ਦੋ ਮੇਨ ਚੀਜ਼ਾਂ ਨੇ, ਸਟ੍ਰੈਸ ਐਂਡ ਐਂਗਰ। ਜੇ ਬੰਦਾ ਕੋਈ ਸਟ੍ਰੈਸ ਦੇ ਉੱਤੇ ਹੋਵੇ ਤਾਂ ਹੀ ਉਹ ਗੁੱਸਾ ਕਰਦਾ ਹੈ, ਕੋਈ ਚਿੰਤਾ ਉਹਨੂੰ ਖਾਈ ਜਾ ਰਹੀ ਹੈ, ਕੋਈ ਘਰ ਦੀ ਸਮੱਸਿਆ ਹੈ, ਕੋਈ ਉਹਦੀ ਸਿਹਤ ਦੀ ਸਮੱਸਿਆ ਹੈ, ਕੋਈ ਉਹਦੇ ਦੋਸਤ ਉਹਦੇ ਨਾਲ ਕੋਆਪਰੇਟ ਨਹੀਂ ਕਰ ਰਹੇ, ਜਾਂ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ। ਉਹਦੇ ਨਾਲ ਉਹ ਗੁੱਸਾ ਕਰਦਾ ਹੈ, ਉਹਦੇ ਬਿਹੇਵੀਅਰ ਦੇ ਵਿੱਚ ਚੇਂਜ ਆਉਂਦਾ ਹੈ, ਉਹਦੀ ਜੋ ਪਰਫਾਰਮੈਂਸ ਹੁੰਦੀ ਹੈ ਉਹ ਕਲਾਸ ਦੇ ਵਿੱਚ ਸਹੀ ਨਹੀਂ ਹੁੰਦੀ, ਜਾਂ ਕਹਿ ਸਕਦੇ ਹੋ ਘਰ ਦੇ ਵਿੱਚ ਉਹ ਚਿੜਚਿੜਾ ਰਹਿੰਦਾ ਹੈ, ਜਾਂ ਉਹ ਇੱਕ ਕੈਦ ਦੇ ਵਿੱਚ ਘਿਰਿਆ ਰਹਿੰਦਾ ਹੈ। ਤੇ ਨਾਲ ਹੀ ਅਸੀਂ ਇੱਕ ਇਨਸਾਈਟ ਦੀ ਗੱਲ ਕਰਾਂਗੇ। ਇਨਸਾਈਟ ਹੁੰਦੀ ਹੈ ਸਮਝ। ਇੱਕ ਸਮਝ ਕਿਸ ਤਰ੍ਹਾਂ ਸਾਡੇ ਵਿੱਚ ਆਏਗੀ ਕਿ ਜਿਸ ਨਾਲ ਅਸੀਂ ਪ੍ਰੋਸਪੈਰੀਅਸ ਲਾਈਫ, ਕਿ ਸਮਰਿੱਧ ਜ਼ਿੰਦਗੀ, ਖੁਸ਼ਹਾਲ ਜ਼ਿੰਦਗੀ ਅਸੀਂ ਕਿੱਦਾਂ ਬਤੀਤ ਕਰ ਸਕਦੇ ਹਾਂ। ਅਸੀਂ ਜੋ ਇਹ ਕਮੀਆਂ ਨੇ, ਚਾਹੇ ਗੁੱਸਾ ਹੈ, ਚਾਹੇ ਤਣਾਅ ਹੈ, ਸਟ੍ਰੈਸ ਹੈ, ਇਹ ਮੇਨ ਕਮੀਆਂ ਨੇ ਵਿਦਿਆਰਥੀ ਦੀ ਜ਼ਿੰਦਗੀ 'ਚ ਦੇਖੀਆਂ ਜਾਂਦੀਆਂ ਨੇ। ਇਹਦੇ ਤੋਂ ਅਸੀਂ ਕਿੱਦਾਂ ਬਾਹਰ ਆਉਣਾ ਹੈ। ਤੇ ਵਿਦਿਆਰਥੀਓ, ਹਮੇਸ਼ਾ ਦੀ ਤਰ੍ਹਾਂ ਹੁਣ ਬੁੱਕ ਦੇ ਉੱਤੇ ਫੋਕਸ ਕਰਾਂਗੇ ਤੇ ਲਾਈਨ ਟੂ ਲਾਈਨ ਤੁਹਾਨੂੰ ਮੈਂ ਸਮਝਾਵਾਂਗਾ, ਜੋ ਉਹਦੇ ਵਿੱਚ ਐਕਟੀਵਿਟੀਜ਼ ਦਿੱਤੀਆਂ ਨੇ, ਕਿਸ ਤਰ੍ਹਾਂ ਤੁਸੀਂ ਜੋ ਗੁੱਸਾ ਹੈ ਤੇ ਤਣਾਅ ਹੈ ਉਹਦੇ ਤੋਂ ਬਾਹਰ ਕਿਸ ਤਰ੍ਹਾਂ ਆਉਣਾ ਹੈ, ਤੇ ਨਾਲ ਹੀ ਇੱਕ ਸਮਝ ਕਿਸ ਤਰ੍ਹਾਂ ਤੁਹਾਡੇ 'ਚ ਪੈਦਾ ਹੋਏਗੀ, ਜੋ ਕਿ ਤੁਹਾਨੂੰ ਇੱਕ ਖੁਸ਼ਹਾਲ ਜ਼ਿੰਦਗੀ ਜੀਣ ਦੇ ਵਿੱਚ ਮਦਦ ਕਰੇਗੀ। ਸੋ ਪਿਆਰੇ ਵਿਦਿਆਰਥੀਓ, ਸ਼ੁਰੂ ਕਰਦੇ ਹਾਂ ਅੱਜ ਦਾ ਲੈਸਨ ਨੰਬਰ 6, ਅੰਡਰਸਟੈਂਡਿੰਗ ਟੂ ਓਵਰਕਮ ਐਂਗਰ, ਸਟ੍ਰੈਸ ਐਂਡ ਇਨਸਾਈਟ ਆਫ ਪ੍ਰੋਸਪੇਰੀਅਸ ਲਾਈਫ। ਇਹਦਾ ਮੈਂ ਤੁਹਾਨੂੰ ਮੀਨਿੰਗ ਪੂਰਾ ਸਮਝਾ ਚੁੱਕਿਆ। ਹੁਣ ਗੱਲ ਕਰਾਂਗੇ, ਯੂ ਸ਼ੁੱਡ ਅਸੈਪਟ ਇਟ ਡੈਟ nobody is better than you in this world and that there is no other personality like you in the surrounding. It is also not impossible that you cannot find a person in this society whose personality is similar to that of yours. One must admit, if any person can become great through his contribution, then you can also become great. To attain this purpose, first of all, one need to develop self-confidence and get rid of all type of mental stress and anger. ਸੋ ਇੱਥੋਂ ਤੱਕ ਗੱਲ ਪਹਿਲੇ ਮੈਂ ਸਮਝਾਵਾਂਗਾ। ਇਹਦੇ ਵਿੱਚ ਕਿਹਾ ਗਿਆ ਹੈ ਕਿ nobody is better than you, ਤੁਹਾਡੇ ਨਾਲੋਂ ਵਧੀਆ ਕੋਈ ਨਹੀਂ ਹੈ, and no other personality like your surrounding, ਆਲੇ ਦੁਆਲੇ ਤੁਹਾਡੇ ਵਰਗੀ ਕੋਈ ਵੀ ਪਰਸਨੈਲਿਟੀ ਨਹੀਂ ਹੈ। ਯਾਨੀ ਹਰੇਕ ਬੰਦਾ ਆਪਣੇ ਆਪ ਦੇ ਵਿੱਚ ਬੈਸਟ ਹੁੰਦਾ ਹੈ। ਸੋ ਕਦੇ ਵੀ ਪੋਸੀਬਲ ਨਹੀਂ ਹੁੰਦਾ ਕਿ ਯੂ ਕੈਨੋਟ ਫਾਈਂਡ ਏ ਪਰਸਨ ਇਨ ਦਿਸ ਸੋਸਾਇਟੀ ਹੂਜ਼ ਪਰਸਨੈਲਿਟੀ ਸਿਮਿਲਰ ਟੂ ਯੂਅਰ। ਤੁਹਾਡੇ ਵਰਗਾ ਵਿਅਕਤੀਤਵ, ਤੁਹਾਡੇ ਵਰਗੀ ਪਰਸਨੈਲਿਟੀ ਕਿਸੇ ਬੰਦੇ ਦੀ ਨਹੀਂ ਹੋ ਸਕਦੀ। ਹਰੇਕ ਦੀ ਪਰਸਨੈਲਿਟੀ ਯੂਨੀਕ ਹੁੰਦੀ ਹੈ। ਹਰੇਕ ਨੂੰ ਇਹ ਮੰਨਣਾ ਪਵੇਗਾ ਡੈਟ ਇਫ ਐਨੀ ਪਰਸਨ ਕੈਨ ਬਿਕੇਮ ਗ੍ਰੇਟ ਥਰੂ ਹਿਜ਼ ਕੰਟਰੀਬਿਊਸ਼ਨ, ਦੈਨ ਯੂ ਕੈਨ ਆਲਸੋ ਬਿਕਮ ਗ੍ਰੇਟ। ਤਾਂ ਇਹ ਮੰਨਣਾ ਚਾਹੇਗਾ ਵੀ ਜੇ ਕੋਈ ਵੀ ਬੰਦਾ ਮਹਾਨ ਬਣ ਸਕਦਾ ਹੈ ਆਪਣੇ ਯੋਗਦਾਨ ਦੇ ਨਾਲ, ਤਾਂ ਤੁਸੀਂ ਕਿਉਂ ਨਹੀਂ ਬਣ ਸਕਦੇ। ਇਹ ਪ੍ਰਾਪਤੀ ਵਾਸਤੇ ਤੁਹਾਨੂੰ ਆਪਣੇ ਵਿੱਚ ਜੋ ਆਤਮ ਵਿਸ਼ਵਾਸ, ਸੈਲਫ ਕਾਨਫੀਡੈਂਸ ਹੋਣਾ ਚਾਹੀਦਾ ਹੈ, ਅਤੇ ਸਾਰੇ ਤਰ੍ਹਾਂ ਦੇ ਜੋ ਮਾਨਸਿਕ ਤਣਾਅ ਅਤੇ ਗੁੱਸਾ ਤੋਂ ਬਾਹਰ ਆਉਣਾ ਜ਼ਰੂਰੀ ਹੈ। ਸੋ ਵੀ ਕੈਨ relish our dream by getting rid of all type of bad habit in our life ਅਕੋਰਡਿੰਗ ਟੂ ਫਲਾਈ ਪ੍ਰਿੰਸੀਪਲ। ਅਸੀਂ ਜ਼ਿੰਦਗੀ ਦੇ ਵਿੱਚ ਜਿੰਨੀਆਂ ਬੁਰੀਆਂ ਆਦਤਾਂ ਉਹਨਾਂ ਨੂੰ ਬਾਹਰ ਕੱਢਣਾ ਹੈ, ਤਾਂ ਹੀ ਅਸੀਂ ਮਹਾਨ ਬਣਾਂਗੇ। ਇਹਦੇ ਵਿੱਚ ਫਲਾਈ ਪ੍ਰਿੰਸੀਪਲ ਦੀ ਗੱਲ ਕੀਤੀ ਹੈ, ਜਿਹਦੇ ਵਿੱਚ ਉਹਨਾਂ ਲਿਖਿਆ ਫਸਟ ਲਵ ਯੋਰ ਸੈਲਫ, ਪਹਿਲੇ ਆਪਣੇ ਆਪ ਨੂੰ ਪਿਆਰ ਕਰੋ। ਡੈਟ ਯੂ ਰਿਲਾਈਜ਼ ਡੈਟ ਦੇਰ ਇਜ਼ ਨੋਟ ਐਨੀ ਟਾਸਕ ਡੈਟ ਇਜ਼ ਇੰਪੋਸੀਬਲ ਫਾਰ ਅਸ, ਕੋਈ ਇੱਦਾਂ ਦਾ ਕੰਮ ਨਹੀਂ ਹੈ ਜਿਹੜਾ ਸਾਡੇ ਵਾਸਤੇ ਫਿਰ ਮੁਸ਼ਕਿਲ ਹੋ ਜਾਏਗਾ। ਹੈਂਸ if we keep on loving your dream and their credibility and keep your spirit and moral high, hence then external circumstances cannot hurt your mind. This world is like an elastic drama,
Our temperament should be to accept ourselves as a part of this drama by remaining happy and free of anxiety. ਸਾਨੂੰ ਆਪਣਾ ਜੋ ਮੋਰਾਲ ਹੈ, ਆਪਣਾ ਜੋ ਸਪਿਰਿਟ ਹੈ ਉਹਨੂੰ ਹਾਈ ਰੱਖਣਾ ਚਾਹੀਦਾ ਹੈ, ਵਿਲ ਪਾਵਰ ਨੂੰ। ਐਂਡ ਜਿਹੜਾ ਸਾਡਾ ਟੈਂਪਰਾਮੈਂਟ ਹੈ ਉਹਨੂੰ ਬਾਕੀਆਂ ਦੇ ਜੋ ਫੀਲਿੰਗਸ ਨੂੰ ਅਸੈਪਟ ਕਰਨਾ ਚਾਹੀਦਾ ਹੈ ਅਤੇ ਮੰਨਣਾ ਚਾਹੀਦਾ ਹੈ ਵੀ ਇਹ ਜੋ ਸੰਸਾਰ ਹੈ ਇੱਕ ਡਰਾਮਾ ਹੈ, ਇਹਦੇ ਵਿੱਚ ਅਸੀਂ ਇਹ ਰੋਲ ਪਲੇ ਕਰ ਸਕਦੇ ਹਾਂ। ਸਾਨੂੰ ਚਿੰਤਾ ਦੇ ਬਿਨਾਂ ਰਹਿਣਾ ਚਾਹੀਦਾ ਹੈ। So by get reading all type of anxiety, by realizing this life is that is full of hope and enthusiasm. If sometime we face any adversity or hardship, then we should not get disheartened. If we develop this insight to remove stress, then we can lead prosperous life that is free from anxiety. Insight ਦੀ ਗੱਲ ਕੀਤੀ ਹੈ, ਜੇ ਸਾਡੇ ਵਿੱਚ ਇਹ ਸਮਝ ਆ ਜਾਵੇ, ਕਿਹੜੀ ਸਮਝ, ਕਿ ਸਾਡੀ ਜ਼ਿੰਦਗੀ ਵਿੱਚ ਕੋਈ ਵੀ ਮੁਸ਼ਕਿਲ ਆਵੇ ਅਸੀਂ ਦੁਖੀ ਨਹੀਂ ਹੋਣਾ, ਸਾਰੀਆਂ ਮੁਸ਼ਕਿਲਾਵਾਂ ਤੋਂ ਅਸੀਂ ਆਪਣੇ ਆਪ ਨੂੰ ਯਾਦ ਕਰਨਾ ਹੈ। ਸਾਨੂੰ ਇਹ ਸਮਝਣਾ ਚਾਹੀਦਾ ਹੈ ਵੀ ਜ਼ਿੰਦਗੀ ਉਮੀਦਾਂ ਨਾਲ ਭਰੀ ਹੈ, ਇੰਥੂਜ਼ੀਆਜ਼ਮ ਹੈ, ਖੁਸ਼ਹਾਲੀ ਹੈ। ਜੇ ਕੋਈ ਬੰਦਾ ਹਾਰਡ ਇਨਵਾਇਰਮੈਂਟ ਨੂੰ ਫੇਸ ਕਰਦਾ ਹੈ, ਦੁੱਖਾਂ ਨੂੰ ਫੇਸ ਕਰਦਾ ਹੈ, ਅਤੇ ਉਹਨੂੰ ਡਿਸਹਾਰਟ ਨਹੀਂ ਹੋਣਾ ਚਾਹੀਦਾ, ਦੁਖੀ ਨਹੀਂ ਹੋਣਾ ਚਾਹੀਦਾ। ਸਾਨੂੰ ਇਹ ਆਦਤਾਂ ਡਿਵੈਲਪ ਕਰਨੀਆਂ ਚਾਹੀਦੀਆਂ ਨੇ। ਸੋ ਇਫ ਦੇਰ ਇਜ਼ ਨੋ ਸਟ੍ਰੈਸ ਦੈਨ there will be no any space for anger or rage in your life. Some of the statistics from the various survey conducted on anxiety and stress of man should also be considered carefully. According to various surveys, we can come to conclusion that so many anxieties have been created by man themselves for some reason or other. ਇਹਦੇ ਵਿੱਚ ਇੱਕ ਸਰਵੇ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਚਿੰਤਾ ਅਤੇ ਗੁੱਸਾ ਇਨਸਾਨ ਕਈ ਤਰ੍ਹਾਂ ਦਾ ਖੁਦ ਆਪਣੇ ਆਪ ਹੀ ਪੈਦਾ ਕਰ ਲੈਂਦਾ, ਉਹਦੀ ਕੋਈ ਵਜ੍ਹਾ ਨਹੀਂ ਹੁੰਦੀ। ਜਿਸ ਤਰ੍ਹਾਂ 40% ਜੋ ਚਿੰਤਾਵਾਂ ਨੇ ਉਹ ਇਮੈਜਨਰੀ ਨੇ, ਉਹ ਕਾਲਪਨਿਕ ਹੁੰਦੀਆਂ ਨੇ, ਉਹਦੀ ਕੋਈ ਸੱਚਾਈ ਨਹੀਂ ਹੁੰਦੀ। ਆਰ ਓਨਲੀ ਇਮੈਜਨਰੀ ਐਂਡ ਫੈਬਰੀਕੇਟਡ, ਆਪਣੇ ਆਪ ਹੀ ਬੰਦਾ ਬੁਣਦਾ ਹੈ ਇਹਨਾਂ ਨੂੰ। ਐਂਡ ਡਿਵੈਲਪ ਜੇ ਟੈਂਪਰਾਮੈਂਟ ਟੂ ਰਿਮੇਨ ਇਨ ਐਂਜ਼ਾਈਟੀ ਵਿਦਆਊਟ ਐਨੀ ਰੀਜ਼ਨ, ਅਤੇ ਬੰਦੇ ਦੀ ਆਪਣਾ ਇੱਕ ਸੁਭਾਅ ਹੀ ਬਣ ਜਾਂਦਾ ਹੈ, ਇਹਨੂੰ ਚਸਕਾ ਬਣ ਜਾਂਦਾ ਹੈ ਕਿ ਮੈਂ ਰਹਿਣਾ ਹੀ ਦੁਖੀ ਹੈ। 30% ਜੋ ਹੈ ਤੁਹਾਡੇ ਪਾਸਟ ਨਾਲ ਜੁੜੀਆਂ ਹੁੰਦੀਆਂ ਨੇ, 30% ਤੁਹਾਡੇ ਪਾਸਟ ਦੀਆਂ ਹੁੰਦੀਆਂ ਨੇ ਜੋ ਤੁਸੀਂ ਪਾਸਟ 'ਚ ਗਲਤੀਆਂ ਕੀਤੀਆਂ ਨੇ। 18% ਜੋ ਹੈ ਬਿਕੋਜ਼ ਆਫ ਸਲੈਂਡਰ ਈਵਲ ਸਪੀਕਿੰਗ ਮੋਟੀਵੇਟਡ ਫਰੋਮ ਜੈਲਸੀ ਡੈਟ ਇਜ਼ ਅਨਟਰੂ। ਜੇ ਅਸੀਂ ਆਪਣੇ ਕੁਛ ਬਿਹੇਵੀਅਰ ਦੇ ਨਾਲ, ਜੈਲਸੀ ਦੇ ਨਾਲ ਅਸੀਂ ਇਹ ਚੀਜ਼ਾਂ ਪੈਦਾ ਕਰ ਲੈਂਦੇ ਹਾਂ। 10% ਜੋ ਹੈ ਸਾਡੀ ਸਿਹਤ ਨਾਲ ਹੁੰਦੀਆਂ ਨੇ, ਕਿਸੇ ਨੂੰ ਕੋਈ ਬਿਮਾਰੀ ਹੈ ਸਰੀਰਕ ਤੌਰ 'ਤੇ, ਮਾਨਸਿਕ ਤੌਰ 'ਤੇ, ਉਹ 10% ਐਂਗਜ਼ਾਈਟੀ ਹੈ। 8% ਜੋ ਸਬਸਟੈਂਸ਼ੀਅਲ ਹੈ, ਦੀਜ਼ ਡਿਮਾਂਡ ਅਟੈਂਸ਼ਨ ਔਰ ਦੋ ਸ਼ੁੱਡ ਨੋਟ ਬੀ ਰਿਪੀਟਡ। ਇਹ ਕੁਛ ਸਾਡੀਆਂ ਉਮੀਦਾਂ ਆਸ਼ਾਵਾਂ ਦੀ ਹੁੰਦੀ ਹੈ। ਸੋ ਜ਼ਿਆਦਾ ਜੋ ਹਿੱਸਾ ਹੈ ਇਹਦੇ ਵਿੱਚ ਤੁਸੀਂ ਜੇ ਦੇਖੋ 70% ਜੋ ਹਿੱਸਾ ਹੈ ਇਹਦਾ ਕੋਈ ਰੋਲ ਨਹੀਂ ਹੈ। 40% ਇਮੈਜਨਰੀ ਨੇ, 30% ਪਾਸਟ ਦੀਆਂ ਨੇ। ਪਾਸਟ ਤਾਂ ਕਦੇ ਆ ਨਹੀਂ ਸਕਦਾ, ਜੋ ਬੀਤ ਗਿਆ, ਚੰਗਾ ਮਾੜਾ ਬੀਤ ਗਿਆ, ਉਹਨੂੰ ਭੁੱਲਣਾ ਹੀ ਸਹੀ ਹੈ। ਬਾਕੀ ਇਹ ਜੋ ਚਿੰਤਾਵਾਂ ਨੇ ਇਹਨਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਕੁਛ ਐਕਟੀਵਿਟੀਜ਼ ਨੇ ਉਹ ਤੁਹਾਨੂੰ ਦੱਸਾਂਗਾ। ਸੋ ਅਕੋਰਡਿੰਗ ਟੂ ਅਬਵ ਐਨਾਲਿਸਿਸ ਦੀਜ਼ ਐਂਗਜ਼ਾਈਟੀਜ਼ ਆਰ ਵੇਸਲੈਸ ਐਂਡ ਲੀਡ ਟੂ ਵੇਸਟੇਜ ਆਫ ਟਾਈਮ। ਇਹਨਾਂ ਚਿੰਤਾਵਾਂ ਦਾ ਕੋਈ ਵੇਸ ਨਹੀਂ ਹੈ, ਬੇਕਾਰ ਨੇ ਅਤੇ ਜ਼ਿੰਦਗੀ ਸਾਡੀ ਖਰਾਬ ਕਰਦੀਆਂ ਨੇ, ਸਾਡੀ ਹੈਲਥ ਅਤੇ ਐਨਰਜੀ 'ਤੇ। ਦੇ ਮਸਟ ਬੀ ਰਿਮੂਵਡ ਫਰੋਮ ਆਵਰ ਨੇਚਰ ਵਿਦ ਫਰਮ ਡਿਟਰਮੀਨੇਸ਼ਨ। ਸਾਨੂੰ ਇਹਨਾਂ ਨੂੰ ਕੱਢਣਾ ਜ਼ਰੂਰੀ ਹੈ। ਐਕਟੀਵਿਟੀਜ਼ ਦੱਸੀ ਹੈ, ਰੋਲ ਪਲੇ ਦੱਸਿਆ, ਇਹਦੇ ਵਿੱਚ ਕਿਸ ਤਰ੍ਹਾਂ ਦੱਸਿਆ ਜਾਏਗਾ। A needy and future-oriented student has holidays in the school. He is determined that he would definitely find a job to manage the expense of his study and to have work experience. He arrives a hotel in same city to appear in an interview for waiter. He sees there are already 20 young male and female sitting in waiting room for interview. The student look at them, think something and goes to receptionist with smiling face devoid of any stress. ਇਹਦੇ ਵਿੱਚ ਇੱਕ ਵਿਦਿਆਰਥੀ ਹੈ ਜੋ ਕਿ ਸਕੂਲ ਦੀਆਂ ਛੁੱਟੀਆਂ ਦੇ ਵਿੱਚ ਚਾਹੁੰਦਾ ਹੈ ਕਿ ਮੈਂ ਆਪਣੀ ਪੜ੍ਹਾਈ ਦਾ ਖਰਚਾ ਮੈਨੇਜ ਕਰਾਂ, ਗਰੀਬ ਹੈ, ਅਤੇ ਉਹ ਇੱਕ ਕੋਸ਼ਿਸ਼ ਕਰਦਾ ਹੈ ਕਿ ਮੈਂ ਇੱਕ ਵੇਟਰ ਦੀ ਜੋਬ ਕਰਾਂ। ਹੋਟਲ 'ਚ ਜਾਂਦਾ ਹੈ ਜਿੱਥੇ ਇੰਟਰਵਿਊ ਚੱਲ ਰਹੀ ਹੈ, ਉੱਥੇ ਪਹਿਲੇ ਹੀ 20 ਕੈਂਡੀਡੇਟ ਬੈਠੇ ਨੇ। ਕੀ ਵਾਰਤਾਲਾਪ ਹੁੰਦਾ ਹੈ, ਸਟੂਡੈਂਟ ਟੂ ਦਾ ਰਿਸੈਪਸ਼ਨਿਸਟ ਨੂੰ ਕਹਿੰਦਾ ਹੈ ਪਲੀਜ਼ ਗਿਵ ਮੀ ਏ ਪੇਪਰ ਸਲਿੱਪ, ਮੈਨੂੰ ਇੱਕ ਪੇਪਰ ਸਲਿੱਪ ਦਿਓ। ਰਿਸੈਪਸ਼ਨਿਸਟ ਗਿਵ ਏ ਪੇਪਰ ਸਲਿੱਪ ਟੂ ਸਟੂਡੈਂਟ ਰਾਈਟ ਔਨ ਸਮਥਿੰਗ ਔਨ ਪੇਪਰ। ਉਹ ਫਿਰ ਪੇਪਰ 'ਤੇ ਕੁਛ ਲਿਖਦਾ ਹੈ। ਸਟੂਡੈਂਟ ਹੈਂਡ ਓਵਰ ਦਾ ਮੈਸੇਜ ਟੂ ਮੈਨੇਜਰ ਹੂ ਇਜ਼ ਕੰਡਕਟਿਡ ਇੰਟਰਵਿਊ ਪਲੀਜ਼ ਰਿਸੈਪਸ਼ਨਿਸਟ ਡਜ਼ ਇਨਸਾਈਡ ਐਂਡ ਗਿਵ ਏ ਪੇਪਰ ਟੂ ਮੈਨੇਜਰ। ਉਹ ਕਹਿੰਦਾ ਹੈ, ਪੇਪਰ 'ਤੇ ਲਿਖਦਾ ਹੈ, ਤਾਂ ਉਹਨੂੰ ਰਿਕੁਐਸਟ ਕਰਦਾ ਹੈ ਵੀ ਜਿਹੜਾ ਮੈਨੇਜਰ ਇੰਟਰਵਿਊ ਲੈ ਰਿਹਾ ਪਲੀਜ਼ ਇਹ ਪੇਪਰ ਉਹਨੂੰ ਦੇ ਦਿਓ। ਮੈਨੇਜਰ ਸਲਿੱਪ ਨੂੰ ਰੀਡ ਕਰਦਾ ਹੈ
ਐਂਡ ਹੀ ਸਟਨਡ ਏ ਲਿਟਲ ਬਿਟ, ਉਹ ਫਿਰ ਅਚੰਭੇ 'ਚ ਪੈ ਜਾਂਦਾ ਹੈ। ਸੈਂਡ ਡੈਟ ਬॉय ਇਨਸਾਈਡ, ਉਹਨੂੰ ਕਹਿੰਦਾ ਮੁੰਡੇ ਨੂੰ ਅੰਦਰ ਭੇਜੋ। ਮੈਨੇਜਰ ਸੇਜ਼ ਟੂ ਹਿਮਸੈਲਫ ਆਈ ਥਿੰਕ ਦਾ ਮੋਸਟ ਸੁਟੇਬਲ ਕੈਂਡੀਡੇਟ ਫਾਰ ਦਿਸ ਜੋਬ, ਕਹਿੰਦਾ ਇਹ ਬਹੁਤ ਸੁਟੇਬਲ ਕੈਂਡੀਡੇਟ ਹੈ। ਦ ਟੀਚਰ ਵਿਲ ਆਸਕ ਦ ਸਟੂਡੈਂਟ what could been written by a student, so that after reading the manager immediately made his mind to appoint a student for job. All the student will answer whatever the answer may be. Teacher will appreciate the answer. At the same time he or she will try to find how the role play has stirred the imagination of student and in which direction the student had written. ਇਹਦੇ ਵਿੱਚ ਕੀ ਹੈ ਸਟੂਡੈਂਟਸ ਉਹ ਫਿਰ ਇੱਕ ਰੋਲ ਪਲੇ ਚੱਲ ਰਿਹਾ ਹੈ, ਇਹ ਸੱਚਾਈ ਨਹੀਂ ਹੈ, ਇੱਕ ਖੇਲ ਹੀ ਹੈ। ਇਹਦੇ ਵਿੱਚ ਫਿਰ ਟੀਚਰ ਕਹਿੰਦਾ ਤੁਸੀਂ ਮੈਨੂੰ ਦੱਸੋ ਵੀ ਕੀ ਲਿਖਿਆ ਹੋਏਗਾ ਉਸ ਵਿਦਿਆਰਥੀ ਨੇ ਜੋ ਪੜ੍ਹ ਕੇ ਮੈਨੇਜਰ ਨੇ ਉਹਨੂੰ ਨੌਕਰੀ 'ਤੇ ਰੱਖ ਲਿਆ, ਅਤੇ ਆਪਣੇ ਤਰੀਕੇ ਨਾਲ ਤੁਸੀਂ ਇਹ ਲਿਖਣਾ ਹੈ। ਅੰਟਿਲ ਮਾਈ ਟਰਨ ਇਜ਼ ਨੋਟ ਓਵਰ ਪਲੀਜ਼ ਡੂ ਨੋਟ ਟੇਕ ਐਨੀ ਡਿਸੀਜ਼ਨ, ਕਹਿੰਦਾ ਜਦੋਂ ਤੱਕ ਮੇਰੀ ਵਾਰੀ ਨਾ ਆਵੇ ਕੋਈ ਡਿਸੀਜ਼ਨ ਨਹੀਂ ਲੈਣਾ। ਮੈਨੇਜਰ ਹੈਡ ਥੋਟ, ਉਹਨੇ ਸੋਚਿਆ। ਦਿਸ ਵਾਇਸ ਫੁੱਲ ਆਫ amazing enthusiasm and self-confidence. He wished to convey the message that no decision should be taken before interviewing him. He saluted his thought and was convinced that he is only suitable candidate for post. ਉਹਨੇ ਸਿਰਫ ਇਹੀ ਲਿਖਿਆ ਸੀ ਕਿ ਜਦੋਂ ਤੱਕ ਮੇਰਾ ਇੰਟਰਵਿਊ ਨਹੀਂ ਹੁੰਦਾ ਤੁਸੀਂ ਕੋਈ ਡਿਸੀਜਨ ਨਹੀਂ ਲੈਣਾ। ਇਸ ਗੱਲ ਤੋਂ ਬਹੁਤ ਪ੍ਰਭਾਵਿਤ ਹੁੰਦਾ ਆ, ਇਹ ਤੋਂ ਉਹਨੂੰ ਉਹਦਾ ਸੈਲਫ ਕੌਨਫੀਡੈਂਸ ਝਲਕਦਾ ਹੈ। दूसरी एक्टिविटी की है विद कोऑपरेशन ऑफ देयर टीचर स्टूडेंट विल इंटरेक्ट विद देयर क्लासमेट इन द क्लासरूम एंड ट्राई टू ड्रा आउट कनकलूजन ऑफ अबव रोल प्ले बेसिस ऑफ 3 एस्पैक्ट गिवन। ਇਹਦੇ ਵਿੱਚ ਜਿਹੜੇ ਉੱਪਰ ਐਕਟੀਵਿਟੀ ਦੱਸੀ ਨੇ ਅਤੇ ਇਹਦੇ ਵਿੱਚ ਐਕਟੀਵਿਟੀ ਕਰਨਗੇ ਸਟੂਡੈਂਟਸ ਉਹਦੇ ਕਨਕਲੂਜਨ ਕੱਢਣਗੇ। ਪਹਿਲਾ ਹੈ ਇੰਸਪੀਰੇਸ਼ਨ, ਹਾਈ ਮੋਰਾਲ ਐਂਡ ਇੰਥੂਜ਼ੀਆਜ਼ਮ ਆਰ ਇਨਰ ਸਟੇਟ ਆਫ ਮਾਈਂਡ ਡੈਟ ਡੂ ਨੋਟ ਹੈਵ such a relationship with external circumstances. Human being and external think that they can make our motivation power negative and create stress. ਪਹਿਲੀ ਗੱਲ ਕੀਤੀ ਹੈ ਇਹਦੇ ਵਿੱਚ ਇੰਸਪੀਰੇਸ਼ਨ ਅਤੇ ਹਾਈ ਮੋਰਲ ਇੰਥੂਜ਼ੀਆਜ਼ਮ, ਇਹ ਸਾਡੇ ਦਿਮਾਗ ਦੀਆਂ ਆਪਣੀਆਂ ਸੋਚਾਂ ਨੇ। ਸਾਡਾ ਕਨਫੀਡੈਂਸ ਕਿੱਦਾਂ ਆਉਣਾ, ਸਾਨੂੰ ਕਿੱਥੋਂ ਪ੍ਰੇਰਨਾ ਮਿਲਦੀ ਹੈ, ਸਾਡਾ ਮੋਰਾਲ ਸੋਚ ਕਿੱਦਾਂ ਵੱਡੀ ਹੈ, ਅਸੀਂ ਖੁਸ਼ ਦਿਲ ਕਿੱਦਾਂ ਹਾਂ, ਇਹਦਾ ਸਾਡੇ ਦੁੱਖਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। Student did not lose his heart while looking at candidates who are already sitting for interview. He did not think that he was not better than those. Rather, he showed his high spirit by conveying the message of positive thinking to the interviewer. ਦੂਸਰੀ ਗੱਲ ਇਹ ਵੀ ਹੈ ਕਿ ਉਹ ਜਦੋਂ ਦੇਖਦਾ ਹੈ ਕਿ 20 ਤਾਂ ਪਹਿਲੇ ਹੀ ਬੈਠੇ ਨੇ ਨੌਕਰੀ ਵਾਸਤੇ, ਇਸ ਚੀਜ਼ ਤੋਂ ਨੈਗੇਟਿਵ ਨਹੀਂ ਹੁੰਦਾ, ਉਹ ਆਪਣੀ ਸੋਚ ਸਮਝ ਦੇ ਨਾਲ ਕੌਨਫੀਡੈਂਸ ਨਾਲ ਉਹ ਲੈਟਰ ਮੈਨੇਜਰ ਨੂੰ ਲਿਖਦਾ ਹੈ। With the help of this story, we can come to conclusion that although circumstances are adverse, the path full of hardship, if our state of mind is firm, full of enthusiasm, and we are self-confident, then we would be free from anxiety. ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਣ ਨੂੰ ਮਿਲਦਾ ਹੈ ਕਿ ਜੇ ਤਾਂ ਅਸੀਂ ਆਪਣੇ ਇਰਾਦੇ 'ਤੇ ਪੱਕੇ ਹਾਂ, ਸਾਨੂੰ ਕੋਈ ਵੀ ਜਿਹੜੀ ਮੁਸ਼ਕਿਲ ਹੈ ਉਹ ਪਿੱਛੇ ਨਹੀਂ ਧਕੇਲ ਸਕਦੀ, ਅਸੀਂ ਜ਼ਰੂਰ ਕਾਮਯਾਬ ਹੋਵਾਂਗੇ। ਉਹਦੇ ਬਾਅਦ ਤੀਸਰੀ ਐਕਟੀਵਿਟੀ ਹੈ। ਇਸ ਐਕਟੀਵਿਟੀ ਤੋਂ ਟੀਚਰ ਵਿਲ ਅਰੇਂਜ ਸਮ ਮਟੀਰੀਅਲ ਐਂਡ ਇਨਵੋਲਵ ਦੋਜ਼ ਸਟੂਡੈਂਟ ਹੂ ਯੂਜ਼ਲੀ ਡੋਂਟ ਸ਼ੋ ਮਚ ਇੰਟਰਸਟ ਡੂਇੰਗ ਐਨੀ ਐਕਟੀਵਿਟੀ। ਹੁਣ ਇਹਦੇ ਵਿੱਚ ਟੀਚਰ ਇੱਕ ਐਕਟੀਵਿਟੀ ਕਰੇਗਾ, ਮਟੀਰੀਅਲ ਦੇਗਾ ਉਹਨਾਂ ਬੱਚਿਆਂ ਨੂੰ ਜੋ ਕੋਈ ਪਾਰਟੀਸਪੇਟ ਨਹੀਂ ਕਰਦੇ। ਜਿਸ ਤਰ੍ਹਾਂ ਇਹਦੇ ਵਿੱਚ ਦੱਸਿਆ ਹੋਇਆ ਮਟੀਰੀਅਲ ਦੇ ਵਿੱਚ ਬਿਗ ਅਨਰਾਈਪ ਪੋਟੈਟੋ ਅਤੇ ਸਟਰਾ, ਕੱਚੇ ਆਲੂ ਨੇ ਅਤੇ ਸਟਰਾ ਹੈ। ਹੋਲਡਿੰਗ ਦਾ ਪੋਟੈਟੋ ਇਨ ਵਨ ਹੈਂਡ ਐਂਡ ਸਟਰਾ ਔਨ ਅਦਰ ਹੈਂਡ, ਟੀਚਰ ਵਿਲ ਕਾਲ ਡੈਟ ਸਟੂਡੈਂਟ ਹੂ ਆਰ ਯੂਜ਼ਲੀ ਰਿਮੇਨ ਸਾਈਲੈਂਟ ਔਰ ਇਨਐਕਟਿਵ। ਉਦੋਂ ਕਹਿੰਦਾ ਹੈ ਵੀ ਜਿਹੜੇ ਇਨਐਕਟਿਵ ਰਹਿੰਦੇ ਨੇ, ਇੱਕ ਹੱਥ 'ਚ ਆਲੂ ਫੜੇਗਾ ਅਤੇ ਸਟਰਾ ਫੜੇਗਾ ਤਾਂ ਉਹਨੂੰ ਬੁਲਾਏਗਾ। ਸਟੂਡੈਂਟ ਸ਼ੁੱਡ ਬੀ ਕਾਲਡ ਰਿਸਪੈਕਟਫੁਲੀ ਬਾਏ ਹਿਜ਼ ਨੇਮ, ਸਟੂਡੈਂਟਸ ਨੂੰ ਇੱਜ਼ਤ ਨਾਲ ਬੁਲਾਉਣਾ ਚਾਹੀਦਾ। ਟੀਚਰ ਵਿਲ ਆਸਕ ਦਾ ਸਟੂਡੈਂਟ ਕੈਨ ਯੂ ਇੰਸਰਟ ਦਿਸ ਸਟਰਾ ਅਕਰੋਸ ਦਾ ਪੋਟੈਟੋ ਇਨ ਵਨ ਅਟੈਂਪਟ, ਕੀ ਤੁਸੀਂ ਇਸ ਆਲੂ ਦੇ ਵਿੱਚ ਸਟਰਾ ਨੂੰ ਇੱਕ ਕੋਸ਼ਿਸ਼ ਦੇ ਵਿੱਚ ਅੰਦਰ ਬਾਹਰ ਕਰ ਸਕਦੇ ਹੋ। Other student in the class will also tell whether this student can perform the task or not, because the straw is not hard and it will be difficult to insert. ਬਾਕੀ ਸਟੂਡੈਂਟ ਵੀ ਦੇਖਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਆਲੂ ਜਿਹੜਾ ਸਖਤ ਹੈ ਅਤੇ ਜਿਹੜੀ ਸਟਰਾ ਹੈ, ਜਿਹੜੀ ਪਾਈਪ ਕੋਲਡ ਡਰਿੰਕ ਪੀਣ ਵਾਲੀ ਹੁੰਦੀ ਹੈ, ਉਹ ਪਤਲੀ ਹੁੰਦੀ ਹੈ, ਅੰਦਰ ਨਹੀਂ ਜਾ ਸਕਦੀ। ਸੋ ਪੋਟੈਟੋ the opinion of student will be considered in this activity, ਉਹਦਾ opinion ਵੀ ਦੇਖਿਆ ਜਾਏਗਾ। ਟੀਚਰ let's see, ਚਲੋ ਦੇਖਦੇ ਹਾਂ। ਟੀਚਰ ਹੈਂਡ ਓਵਰ ਪੋਟੈਟੋ ਐਂਡ ਸਟਾਰ ਟੂ ਸਟੂਡੈਂਟ, ਆਲੂ ਅਤੇ ਉਹ ਸਟਰਾ ਦਿੰਦਾ ਸਟੂਡੈਂਟ ਨੂੰ। ਟੀਚਰ ਨੋ ਆਈ ਵਿਲ ਸੇ 1 2 3, ਮੈਂ 1 2 3 ਬੋਲਾਂਗਾ, ਦੈਨ ਆਈ ਵਿਲ ਸੇ ਫੋਲੋ ਦਾ ਇੰਸਟਰਕਸ਼ਨ, ਫਿਰ ਮੈਂ ਕਹਾਂਗਾ ਇਹਨਾਂ ਇੰਸਟਰਕਸ਼ਨ ਨੂੰ ਫੋਲੋ ਕਰੋ।
and then this activity the student will push the straw into potato with 1 jerk. If the student does not succeed when inserting first attempt then activity is repeated. ਕਹਿੰਦਾ ਫਿਰ ਵਿਦਿਆਰਥੀ ਜਦੋਂ 3 ਹੋ ਜਾਣਗੇ ਤੇ ਉਹ ਆਲੂ ਜੋ ਹੈ ਉਹਦੇ ਵਿੱਚ ਉਹ ਸਟਰਾ ਨੂੰ ਵਾੜੇਗਾ, ਜੇ ਪਹਿਲੇ ਕਾਮਯਾਬ ਹੋ ਜਾਂਦਾ ਠੀਕ ਹੈ, ਨਹੀਂ ਤਾਂ ਬਾਰ-ਬਾਰ ਕਰੇਗਾ। ਸਟੂਡੈਂਟ ਟਰਾਈ ਕਰਦਾ ਹੈ, ਐਟ ਟਾਈਮ ਕਮਸ then the student is able to insert straw. The teacher applaud followed by all the student who share the joy of this success. Student will not leave the sheet and class will be divided into 2 group. A debate will be conducted based on the 4 point mentioned. ਸੋ ਇਹਦੇ ਨਾਲ ਇੱਕ ਡਿਬੇਟ ਦਿੱਤੀ ਜਾਏਗੀ, ਜੇ ਕਾਮਯਾਬ ਹੋਏਗਾ ਤਾਂ ਬਾਕੀ ਜੋ ਵਿਦਿਆਰਥੀ ਨੇ ਉਹਨੂੰ ਪ੍ਰੋਤਸਾਹਿਤ ਕਰਨਗੇ, ਉਹਦੇ ਵਾਸਤੇ ਕਲੈਪ ਕਰਨਗੇ। ਉਹਦੇ ਬਾਅਦ ਸਪੋਰਟਸ ਐਕਟੀਵਿਟੀ ਫਨ। ਦਿਸ ਇਜ਼ ਸਪੋਰਟ ਐਕਟੀਵਿਟੀ। ਇਟ ਇਜ਼ ਟਰੂ although there are the stress or anxiety in beginning yet the work can be completed with strong state of mind and patience courage। ਇੱਕ ਐਕਟੀਵਿਟੀ ਹੈ, ਖੇਡ ਵਾਲੀ ਐਕਟੀਵਿਟੀ ਹੈ ਅਤੇ ਇੱਕ ਫਨ ਹੈ। ਇਹਦੇ ਵਿੱਚ ਕਾਫੀ ਜ਼ੋਰ ਲੱਗਦਾ, ਪਰ ਅਸੀਂ ਜੇ ਇਹਨੂੰ ਮਜ਼ਾਕ ਨਾਲ ਕਰਾਂਗੇ, ਗੁੱਸੇ ਵਿੱਚ ਨਹੀਂ ਕਰਾਂਗੇ ਅਤੇ ਕੋਈ ਚਿੰਤਾ ਰੱਖ ਕੇ ਨਹੀਂ ਕਰਾਂਗੇ ਤਾਂ ਆਰਾਮ ਨਾਲ ਹੋ ਜਾਏਗਾ ਪ੍ਰੋਸੈਸ। few students try to pass the hard straw across the potato in 1 jerk. They were unsuccessful, which mean without proper understanding, learning and obedience of advice given by teacher and parents appropriate result will not be come. ਸੋ ਕਈ ਇੱਕ ਜਰਕ ਦੇ ਵਿੱਚ ਪਾਸ ਕਰਦੇ ਨੇ, ਕਈ ਨਹੀਂ ਕਰਦੇ। ਇਹਦਾ ਇਹ ਆ ਵੀ ਉਹਨਾਂ ਨੇ ਇੰਸਟਰਕਸ਼ਨ ਨੂੰ ਚੰਗੀ ਤਰ੍ਹਾਂ ਨਹੀਂ ਫੋਲੋ ਕੀਤਾ। ਮੋਟੀਵੇਸ਼ਨ ਪ੍ਰੇਰਨਾ ਕੀ ਹੈ? ਵੈਨ ਏ ਟੀਚਰ ਇਨਵੋਲਵ ਏ ਸਟੂਡੈਂਟ, ਜਦੋਂ ਟੀਚਰ ਬੱਚਿਆਂ ਨੂੰ ਵਿੱਚ ਸ਼ਾਮਿਲ ਕਰਦਾ ਹੈ, ਯੂਜ਼ਲੀ ਸਾਇਲੈਂਟ ਹੀ ਇੰਸਪਾਇਰ ਹਿਮ ਨੈਚੁਰਲੀ ਬਾਏ ਐਕਸਪਲੋਇਟਿੰਗ ਹਿਜ਼ ਐਗਜ਼ਿਸਟਿੰਗ ਕੁਆਲਿਟੀ ਆਫ ਇਨਰ ਪੇਸ਼ੈਂਸ ਐਂਡ contentment. Thus they will understand that encouragement and motivation will make every impossible task possible. तो एक प्रेरणा ਹੁੰਦੀ ਹੈ ਜਦੋਂ ਵਿਦਿਆਰਥੀ ਕੋਈ ਟੀਚਰ ਕਹਿੰਦਾ ਹੈ ਵਿਦਿਆਰਥੀ ਨੂੰ ਇਹ ਕੰਮ ਕਰ, ਤਾਂ ਚੁੱਪਚਾਪ ਦੇਖਦਾ ਰਹਿੰਦਾ ਹੈ, ਉਹ ਚਾਹੁੰਦਾ ਵੀ ਆਪਣੇ ਆਪ ਕੋਸ਼ਿਸ਼ ਕਰੇ, ਇਸ ਕਰਕੇ ਉਹਦੀ ਮਦਦ ਨਹੀਂ ਕਰਦਾ। ਰਿਫਲੈਕਸ਼ਨ ਕੀ ਪਰਿਵਰਤਿਤ ਹੁੰਦਾ ਹੈ? This has become clearer to us from the activity. If we are completely tension free, we can with our patience, contentment and consistency make any possible task possible. So it is not difficult to do any work, pursue subject, course or job. Rather with the above quality difficult circumstances can be overcome. ਇੱਥੋਂ ਸਾਨੂੰ ਇਹੀ ਚੀਜ਼ ਸਿੱਖਣ ਨੂੰ ਮਿਲਦੀ ਹੈ, ਚਾਹੇ ਜ਼ਿੰਦਗੀ 'ਚ ਕੁਛ ਵੀ ਹੋ ਜਾਏ, ਅਸੀਂ ਜੇ ਖੁਸ਼ ਹਾਂ, ਟੈਨਸ਼ਨ ਫਰੀ ਹਾਂ, ਪੋਜ਼ੀਟਿਵ ਐਟੀਟਿਊਡ ਰੱਖਿਆ ਹੈ ਤਾਂ ਅਸੀਂ ਕੋਈ ਵੀ ਕੰਮ ਬੜੇ ਖੁਸ਼ ਦਿਲੀ ਨਾਲ ਅਤੇ ਆਰਾਮ ਨਾਲ ਕਰਾਂਗੇ। ਜੇ ਅਸੀਂ ਕੋਈ ਵੀ ਕੰਮ ਨੂੰ ਨੈਗੇਟਿਵ ਐਨਰਜੀ ਨਾਲ ਕਰੀਏ, ਗੁੱਸੇ 'ਚ ਕਰੀਏ, ਟੈਨਸ਼ਨ ਲੈ ਕੇ ਕਰੀਏ, ਕੋਈ ਦਿਲਚਸਪੀ ਨਾ ਦੱਸ ਕੇ ਕਰੀਏ, ਉਹ ਕੰਮ ਅਸੀਂ ਕਦੇ ਵੀ ਨੇਪੜੇ ਨਹੀਂ ਚਾੜ ਸਕਦੇ। ਤਾਂ ਵਿਦਿਆਰਥੀ ਬਹੁਤ ਹੀ ਇੱਕ ਵਧੀਆ ਤੁਹਾਡੇ ਲਈ ਸੰਦੇਸ਼ ਹੈ ਇਸ ਲੈਸਨ ਦੇ ਵਿੱਚ ਕਿ ਤੁਸੀਂ ਕਿਸ ਤਰ੍ਹਾਂ ਆਪਣੀ ਪੜ੍ਹਾਈ ਕਰਨੀ ਹੈ, ਕਿਸ ਤਰ੍ਹਾਂ ਆਪਣਾ ਗੋਲ ਮਿੱਥਣਾ ਹੈ ਅਤੇ ਉਹ 'ਤੇ ਮਿਹਨਤ ਕਿੱਦਾਂ ਕਰਨੀ ਹੈ। ਅਤੇ ਕਾਮਯਾਬੀ ਦੇ ਤਰੀਕੇ ਨੇ ਆਰਾਮ ਨਾਲ ਕਰੋ, ਖੁਸ਼ ਹੋ ਕੇ ਕਰੋ, ਦਿਲ ਲਗਾ ਕੇ ਕਰੋ, ਇਹੀ ਦੱਸਿਆ ਹੈ। ਤਾਂ ਬਾਕੀ ਇਹਦੇ ਵਿੱਚ ਵਰਕਸ਼ੀਟ ਹੈ, ਇਹ ਤੁਸੀਂ ਆਰਾਮ ਨਾਲ ਕਰ ਲੈਣੀ ਹੈ। ਅਤੇ ਮੈਂ ਉਮੀਦ ਕਰਦਾ ਸਾਥੀਓ ਤੁਹਾਨੂੰ ਇਹ ਜੋ ਚੈਪਟਰ ਹੈ ਬਹੁਤ ਵਧੀਆ ਤਰੀਕੇ ਨਾਲ ਮੈਂ ਸਮਝਾਉਣ ਦੇ ਵਿੱਚ ਕਾਮਯਾਬ ਹੋਇਆ ਹੋਵਾਂਗਾ। ਅਤੇ ਇਹਦੀ ਵਰਕਸ਼ੀਟ ਤੁਸੀਂ ਕੰਪਲੀਟ ਕਰ ਲੈਣੀ ਹੈ। ਇਹਦੇ 'ਚ ਹੀ ਕੁਐਸਚਨ ਆਉਣਗੇ, ਤੁਸੀਂ ਜੇ ਐਕਟੀਵਿਟੀ ਨੂੰ ਧਿਆਨ ਨਾਲ ਸੁਣਿਆ ਹੋਵੇ। ਅਤੇ ਮੈਂ ਉਮੀਦ ਕਰਦਾ ਹੈ ਤੁਸੀਂ ਜ਼ਿੰਦਗੀ 'ਚ ਅੱਜ ਤੋਂ ਬਾਅਦ ਕੋਈ ਟੈਨਸ਼ਨ ਦਿਮਾਗ 'ਤੇ ਨਹੀਂ ਰੱਖੋਗੇ ਅਤੇ ਪੋਜ਼ੀਟਿਵਲੀ ਚੱਲੋਗੇ। ਹਾਲਾਤ ਜਿੱਦਾਂ ਦੇ ਮਰਜ਼ੀ ਹੋ ਜਾਣ, ਤੁਸੀਂ ਆਪਣਾ ਜੋ ਸੈਲਫ ਕੋਨਫੀਡੈਂਸ ਉਹਨੂੰ ਨਹੀਂ ਡਿੱਗਣ ਦੇਣਾ। ਧੰਨਵਾਦ ਵੀਡੀਓ ਦੇਖਣ ਲਈ। ਬੈਸਟ ਆਫ ਲੱਕ ਫਾਰ ਐਗਜ਼ਾਮ।